मैं इस बारे कभी सोचा ही नहीं कि मेरे ते उन्हां दा की असर होया, क्योंकि मेरा ध्यान इसे गल ते रहिंदा है कि बाबे नानक की सिੱਖੀ उत्ते की असर हो रहा है। बाबे नानक की सिੱਖੀ ਨੂੰ ਇਹਨਾਂ ਨੇ ਮਿਲਿਆ ਮੇਟ ਕਰਤਾ ਅਕਾਲ ਤਖਤ ਵਾਲਿਆਂ ਨੇ, ਇਹਨਾਂ ਜਥੇਦਾਰਾਂ ਨੇ, ਇਹਨਾਂ ਨੇ ਪੁਜਾਰੀਆਂ ਨੇ। ਇਹਨਾਂ ਚੋਂ ਕਿਹੜਾ ਜਥੇਦਾਰ ਹੈ ਜਿਹੜਾ ਸਹੀ ਸਾਬਤ ਹੋਇਆ? ਮੈਂ ਤਾਂ ਸਪੋਕਸਮੈਨ 'ਚ ਲਿਖੇ ਸਾਰਿਆਂ ਜਥੇਦਾਰਾਂ ਦਾ ਕਿ ਜਿੱਦਾਂ ਵੀ 47 ਦੇ ਬਾਅਦ ਜਥੇਦਾਰ ਆਏ ਨੇ ਉਹਨਾਂ ਦਾ ਇਹ ਕਰੈਕਟਰ ਸੀਗੇ, ਇਹ ਉਹਨਾਂ ਨੇ ਕੀਤਾ। ਕਿਸੇ ਨੇ ਪੈਸੇ ਲੈ ਕੇ ਹੁਕਮਨਾਮੇ ਜਾਰੀ ਕੀਤੇ, ਕਿਸੇ ਨੇ ਉਸ ਬਾਬੇ ਨੂੰ ਮਾਫ ਕੀਤਾ ਜਿਸ ਦੇ ਕੁੜੀ ਦਾ ਨਾਲ ਵਿਚਾਰ ਕਰਨ ਦਾ ਸੀਗਾ ਦੋਸ਼, ਅਤੇ ਉਹਨੂੰ ਕੋਰਟ ਨੇ 10 ਸਾਲ ਮਗਰੋਂ ਸਜ਼ਾ ਦਿੱਤੀ, ਇਹਨਾਂ ਨੇ ਮਾਫ ਕਰਤਾ ਸੀ। ਇਹਨਾਂ ਤੋਂ ਸਮਝ ਆਉਣੀ ਚਾਹੀਦੀ ਹੈ ਕਿ ਇਹ ਵਕਤ ਦੀ ਗੱਲ ਨਹੀਂ। ਬਾਬੇ ਨਾਨਕ ਦੇ ਧਰਮ ਵਿੱਚ ਪਹਿਲੇ ਦਿਨ ਤੋਂ ਹੀ ਨਹੀਂ ਸੀ, ਲੇਕਿਨ ਜੇ ਆ ਗਈ ਇਹ ਗਲਤੀ ਨਾਲ ਅੰਗਰੇਜ਼ਾਂ ਨੇ ਦਾਖਲ ਕੀਤੀ ਹੈ ਤੇ ਹੁਣ ਇਸ ਨੂੰ ਬੰਦ ਕਰੋ। ਇਹ ਨਾ ਬੰਦ ਕਰੋਗੇ ਹੋਣਾ ਕੁਝ ਨਹੀਂ। ਸਿੱਖੀ ਦੇ ਉੱਤੇ ਲੇਬਲ ਲੱਗ ਗਿਆ ਜੋ ਇਹ ਬੈਕਵਰਡ ਧਰਮ ਹੈ, ਅਤੇ ਇਹ ਸਿੱਖੀ ਨੂੰ ਹੁਣ ਉਹ ਨੁਕਸਾਨ ਪਹੁੰਚਾ ਰਹੇ ਨੇ ਸਾਰੇ ਰਲ ਕੇ ਜਿਹੜਾ ਦੁਸ਼ਮਣ ਨੇ ਨਹੀਂ ਸੀ ਬਚਾਇਆ। ਅੱਜ ਮੈਨੂੰ ਮੇਰੇ ਦੋਸਤ, ਸਾਡੇ ਹਿੰਦੂ ਦੋਸਤ ਕਹਿੰਦੇ ਨੇ ਉਹ ਤੁਹਾਡਾ ਧਰਮ ਕਿੱਥੋਂ ਦਾ ਹੈ? ਤੁਸੀਂ ਤਾਂ ਸਭ ਤੋਂ ਬੈਕਵਰਡ ਧਰਮ ਹੈ। ਤਾਂ ਤੁਸੀਂ ਕਹਿੰਦੇ ਮਾਡਰਨ ਧਰਮ। 500 ਸਾਲ ਪਹਿਲੇ ਜਿਸ ਪੁਜਾਰੀਵਾਦ ਨੂੰ ਅਸੀਂ ਈਸਾਈ ਧਰਮ ਨੇ ਖਤਮ ਕਰਤਾ ਸੀ, 200 ਸਾਲ ਪਹਿਲੇ ਇਸ ਹਿੰਦੂ ਧਰਮ ਨੇ ਖਤਮ ਕਰਤਾ ਸੀਗਾ। ਉਹ ਪੁਜਾਰੀ ਉਹ ਤੁਹਾਡੇ 'ਤੇ ਰਾਜ ਕਰ ਰਿਹਾ, ਉਹ ਤੁਹਾਨੂੰ ਹੁਕਮ ਚਲਾ ਰਿਹਾ ਵਾ। ਜਿਹੜੇ ਪੁਰਾਣੇ ਧਰਮ ਦੇ ਪੁਜਾਣੇ ਉਹ ਨਹੀਂ ਚਾਹੁੰਦੇ ਨਵੀਨਤਾ ਆਵੇ, ਉਹ ਨਹੀਂ ਚਾਹੁੰਦੇ ਦਲੀਲ ਆਵੇ। ਉਹ ਫਿਰ ਜਿਹੜਾ ਵੀ ਕੋਈ ਦਲੀਲ ਲਿਆਉਣ ਦੀ ਕੋਸ਼ਿਸ਼ ਕਰਦਾ ਉਹਨੂੰ ਮਾਰਨਾ ਚਾਹੁੰਦਾ। ਮੈਨੂੰ ਜਥੇਦਾਰ ਨੇ ਆਪ ਫੋਨ ਕੀਤਾ, ਨਹੀਂ ਤੁਸੀਂ, ਮੈਂ ਬਤੌਰ ਜਥੇਦਾਰ ਕਹਿੰਦਾ ਕਿ ਤੁਸੀਂ ਕੋਈ ਗਲਤ ਨਹੀਂ ਸੀ ਕੀਤਾ। ਫਿਰ ਬਈ ਤੁਸੀਂ ਕਿਉਂ ਨਹੀਂ ਮਾਫੀ ਮੰਗਦੇ ਆਪਣੀ? ਤੁਸੀਂ ਫਿਰ ਮੈਨੂੰ ਕਿਉਂ ਕਹਿੰਦੇ ਹੋ ਇੱਕ ਮਿੰਟ ਬਾਅਦ ਮਾਫੀ ਮੰਗ ਲਓ? ਤੁਸੀਂ ਆਪ ਮਾਫੀ ਮੰਗੋ ਵੀ ਸਾਡੇ ਕੋਲ ਗਲਤੀ ਹੋ ਗਈ ਹੈ। ਸਪੋਕਸਮੈਨ ਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਬੜਾ ਅਹਿਮ ਮੁੱਦਾ ਲੈ ਕੇ ਆਏ ਹਾਂ ਜੋ ਕਿ ਬੜੇ ਸਾਲਾਂ ਤੋਂ ਸਾਡੇ ਵਿੱਚ ਵਿਚਰ ਰਿਹਾ ਹੈ, ਪਰ ਉਸ 'ਤੇ ਕਦੀ ਖੁੱਲ੍ਹ ਕੇ ਅਸੀਂ ਗੱਲ ਨਹੀਂ ਕਰ ਪਾਉਂਦੇ। ਅਕਾਲ ਤਖਤ ਵੱਲੋਂ ਹੁਣ ਇੱਕ ਫਰਮਾਨ ਹੋਇਆ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸੰਗਤ ਦਰਬਾਰਾਂ ਵਿੱਚ ਕੋਈ ਨਾ ਜਾਵੇ। ਇਹੋ ਜਿਹਾ ਫਰਮਾਨ ਬਹੁਤ ਸਾਲ ਪਹਿਲਾਂ ਸਪੋਕਸਮੈਨ ਅਖਬਾਰ ਦੇ ਨਾਲ ਉਹਨਾਂ ਦੇ ਜਿਹੜੇ ਬਾਣੀ ਅਤੇ ਸਰਪ੍ਰਸਤ ਜੋਗਿੰਦਰ ਸਿੰਘ ਨਾਲ ਹੋਇਆ ਸੀ, ਸਰਦਾਰ ਕਾਲਾ ਅਫਗਾਨਾ ਨਾਲ ਹੋਇਆ ਸੀ, ਪ੍ਰੋਫੈਸਰ ਦਰਸ਼ਨ ਸਿੰਘ ਨਾਲ ਹੋਇਆ ਸੀ। ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਤੋੜ ਦਿੱਤੀ ਗਈ ਸੀ। ਇਹੋ ਜਿਹੇ ਫਰਮਾਨ ਮੰਨਣੇ ਚਾਹੀਦੇ ਹੈ। ਇਸ ਤੋਂ ਬਾਅਦ ਕੀ ਹੋਣਾ ਚਾਹੀਦਾ ਹੈ? ਇਸ ਤੋਂ ਬਾਅਦ ਇਹਨਾਂ ਤਿੰਨਾਂ ਨੇ ਕੀ ਕੀਤਾ ਅਤੇ ਇਸ ਦਾ ਅੱਜ ਸਾਡੇ ਸਿੱਖ ਧਰਮ 'ਤੇ ਕੀ ਅਸਰ ਪੈ ਰਿਹਾ ਹੈ, ਇਸ ਬਾਰੇ ਗੱਲ ਕਰਨ ਨੇ ਮੇਰੇ ਨਾਲ ਸਰਦਾਰ ਜੋਗਿੰਦਰ ਸਿੰਘ ਜੁੜੇ ਨੇ। ਸਰ, ਸਾਡੇ ਨਾਲ TV 'ਤੇ ਆਉਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਕਲਮ ਬੜੀ ਤਾਕਤਵਰ ਰੱਖਦੇ ਹੋ, ਪਰ ਖੁੱਲ੍ਹ ਕੇ TV ਸਾਹਮਣੇ ਆਉਣ ਸਾਡੇ ਤੋਂ ਕਤਰਾਉਂਦੇ ਹੋ, ਭਾਵੇਂ ਇਹ ਜੋ TV ਹੈ ਤੁਹਾਡੀ ਲਿਖਤਾਂ ਤੋਂ ਹੀ ਜਨਮਿਆ ਹੈ। ਠੀਕ ਹੈ, ਜੋ ਵਾਹਿਗੁਰੂ ਨੇ ਮੈਨੂੰ ਸੇਵਾ ਲਾਈ ਮੈਂ ਉਹੀ ਕਰੀ ਜਾਂਦਾ। ਤੁਸੀਂ ਜੋ ਤੁਸੀਂ ਕਰ ਰਹੇ ਹੋ ਵੀ ਬਹੁਤ ਜ਼ਰੂਰੀ ਹੈ, ਅਤੇ ਪਰ ਸਾਨੂੰ ਪੁਰਾਣੇ ਰਹਿਣ ਦਿਓ। ਤੁਸੀਂ ਨਵਾਂ ਮੋਰਚਾ ਸੰਭਾਲਿਆ, ਮੁਬਾਰਕਾਂ। ਅੱਜ ਜੋ ਇੱਕ ਨਵਾਂ ਵਿਵਾਦ ਛਿੜਿਆ ਹੈ, ਤੁਸੀਂ ਇਹਨੂੰ ਆਪ ਇਹਦਾ ਸੇਕ ਖੰਡਾਇਆ ਹੈਗਾ। ਤੁਹਾਡੀ ਲਿਖਤਾਂ ਵਿੱਚ ਕੋਈ ਇਹੋ ਜਿਹੀ ਬਗਾਵਤ ਨਹੀਂ ਸੀ। ਤੁਸੀਂ ਸਰਦਾਰ ਕਾਲਾ ਅਫਗਾਨਾ ਦੇ ਹੱਕ ਵਿੱਚ ਖੜ੍ਹੇ ਸੀਗੇ। ਉਹ ਉਸ ਵਕਤ ਜੋ ਤੁਹਾਡੇ 'ਤੇ ਬੀਤਿਆ, ਸਰਦਾਰ ਕਾਲਾ ਅਫਗਾਨਾ 'ਤੇ ਹੁਣ ਚਲੇ ਗਏ ਨੇ, ਉਹ ਆਪਣੇ ਨਾਲ ਤਨਖਾਹੀਏ ਦਾ ਨਾਮ ਲਾ ਕੇ ਚਲੇ ਗਏ ਨੇ। ਇਹ ਜਿਹੜੇ 15 ਸਾਲ ਨੇ, ਇਹਦਾ ਤੁਹਾਡੇ 'ਤੇ ਕੀ ਅਸਰ ਪਿਆ? ਮੈਂ ਇਸ ਬਾਰੇ ਕਦੀ ਸੋਚਿਆ ਹੀ ਨਹੀਂ ਕਿ ਮੇਰੇ 'ਤੇ ਉਹਨਾਂ ਦਾ ਕੀ ਅਸਰ ਹੋਇਆ, ਕਿਉਂਕਿ ਮੇਰਾ ਧਿਆਨ ਇਸੇ ਗੱਲ 'ਤੇ ਰਹਿੰਦਾ ਹੈ ਕਿ ਬਾਬੇ ਨਾਨਕ ਦੀ ਸਿੱਖੀ ਉੱਤੇ ਕੀ ਅਸਰ ਹੋ ਰਿਹਾ ਹੈ। ਬਾਬੇ ਨਾਨਕ ਦੀ ਸਿੱਖੀ ਨੂੰ ਇਹਨਾਂ ਨੇ ਮਿਲਿਆ ਮੇਟ ਕਰਤਾ ਅਕਾਲ ਤਖਤ ਵਾਲਿਆਂ ਨੇ, ਇਹਨਾਂ ਜਥੇਦਾਰਾਂ ਨੇ, ਇਹਨਾਂ ਨੇ ਪੁਜਾਰੀਆਂ ਨੇ। ਇਹ ਗੱਲ ਸਾਡੇ 'ਤੇ ਹੁਣ ਨਵੀਂ ਸ਼ੁਰੂ ਹੋਈ ਹੈ, ਪਰ ਬਾਬੇ ਨਾਨਕ ਦੇ ਟਾਈਮ ਦੇ ਨੇੜੇ ਤੇੜੇ ਹੀ, ਜਨਮ ਦੇ ਵੇਲੇ ਈਸਾਈ ਧਰਮ ਵਿੱਚ ਹੋ ਗਈ ਸੀ ਗੱਲ। ਈਸਾਈ ਧਰਮ ਵਿੱਚ ਮਾਰਟਨ ਲੂਥਰ ਨੇ ਇਹੀ ਕੰਮ ਦੇਖ ਕੇ ਕਿਹਾ ਸੀ ਕਿ ਬੰਦ ਕਰ ਦਿਓ ਪੋਪ ਸਾਹਿਬ, ਬੰਦ ਕਰ ਦਿਓ, ਈਸਾਈਅਤ ਮਰ ਜਾਏਗੀ ਅਗਰ ਤੁਸੀਂ ਇਹ ਨਾ ਬੰਦ ਕੀਤਾ। ਹਿੰਮਤ ਨਹੀਂ ਸੀ, ਕਿਉਂਕਿ ਪੋਪ ਕੋਲ ਪਾਵਰਾਂ ਬਹੁਤ ਜ਼ਿਆਦਾ ਸੀਗਾ, ਬਹੁਤ ਸਾਰੇ ਰਾਜੇ ਵੀ ਉਹਦੇ ਅੰਡਰ ਸੀ, ਅਤੇ ਇਸ ਕਰਕੇ ਉਸਨੇ ਮਾਰਟਨ ਲੂਥਰ ਨੇ 16 ਪੇਜ ਦਾ ਇੱਕ ਕਾਗਜ਼ ਲਿਖ ਕੇ ਹੱਥ ਨਾਲ ਪੋਪ ਦੇ ਦਰਵਾਜ਼ੇ 'ਤੇ ਪੇਸਟ ਕਰ ਆਇਆ। ਹਿੰਮਤ ਨਹੀਂ ਪਈ ਜਾ ਕੇ ਗੱਲ ਕਰਨ ਦੀ। ਪੋਪ ਨੇ ਸਿਰੇ ਪੜ੍ਹਿਆ ਉਹਨੂੰ, ਜੋ ਉਹਦੇ ਵਿੱਚ ਉਹਨੇ 16 ਡਿਮਾਂਡ ਲਿਖੀਆਂ ਸੀ ਕਿ ਈਸਾਈਅਤ ਵਿੱਚ ਇਹ ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ।
ਪੋਪ ਤਾਂ ਇੱਦਾਂ ਵੀ ਕਰ ਦਿੰਦਾ ਸੀਗਾ ਕਿ ਤੁਸੀਂ 5 ਪਾਉਂਡ ਦਿਓ ਅਤੇ ਉਹ ਲਿਖ ਦਿੰਦਾ ਸੀ ਕਿ ਸਵਰਗ ਵਿੱਚ ਤੇਰੀ ਸੀਟ ਬੁੱਕ ਹੋ ਗਈ। ਤਾਂ ਉਹ ਵੀ ਕਿਸੇ ਮਹਾਂ ਬਦਮਾਸ਼ ਨੂੰ 10 ਪਾਉਂਡ 20 ਪਾਉਂਡ ਲੈ ਕੇ ਉਹ ਲਿਖਦਾ ਸੀ ਇਹ ਬਹੁਤ ਚੰਗਾ ਵਧੀਆ ਈਸਾਈ ਹੈ। ਤਾਂ ਉਹ ਉਸ ਹੱਦ ਤੱਕ ਜਾ ਰਿਹਾ ਚੁੱਕਾ ਸੀ। ਤਾਂ ਉਸਨੇ ਕਿਹਾ ਇਹ ਨਾ ਕਰੋ, ਈਸਾਈਅਤ ਖਤਮ ਹੋ ਜਾਏਗੀ, ਈਸਾਈ ਧਰਮ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਜੋ ਤੁਸੀਂ ਤਾਕਤਾਂ ਵਰਤ ਰਹੇ ਹੋ ਨਹੀਂ ਹੈ। ਤਾਂ ਉਹਨੂੰ ਛੇਕ ਦਿੱਤਾ ਗਿਆ। ਉਸ ਦੇ ਖਿਲਾਫ ਵਾਰੰਟ ਕੱਢ ਦਿੱਤੇ ਗਏ ਕਿ ਇਹਨੂੰ ਫੜ ਕੇ ਲਿਆਓ। ਉਸਦੇ ਦੋਸਤਾਂ ਨੇ ਫਿਰ ਉਸਨੂੰ ਛੁਪਾ ਲਿਆ, ਪਿੰਡ ਵਿੱਚ ਰੱਖਿਆ। ਬੜੀ ਦੇਰ ਤੱਕ ਚੱਲਦਾ ਰਿਹਾ ਕੰਮ, ਲੇਕਿਨ ਉਹਨਾਂ ਦੇ ਦੋਸਤਾਂ ਨੇ ਜਾਗਰਤੀ ਲੋਕਾਂ ਵਿੱਚ ਪਤਾ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਹਾਲਤ ਇੱਥੇ ਤੱਕ ਪਹੁੰਚੀ ਉਸ ਲੜਾਈ ਦੀ ਕਿ ਬਾਦਸ਼ਾਹ ਲੋਕ ਵੀ ਉਹਦੇ ਖਿਲਾਫ ਖੜੇ ਹੋ ਗਏ ਔਰ ਪਬਲਿਕ ਵੀ ਖੜੀ ਹੋ ਗਈ। ਅਤੇ ਅੱਜ ਦਾ ਪੋਪ ਜਿਹੜਾ ਹੈ ਉਹ ਸਿਰਫ ਟਿਟਲਰ ਹੈੱਡ ਹੈ, ਸਿਰਫ ਇੱਕ ਦਿਖਾਵੇ ਦੀ ਚੀਜ਼ ਰਹਿ ਗਿਆ। ਤਾਕਤ ਉਸਦੀ ਕੋਈ ਨਹੀਂ, ਨਾ ਕਿਸੇ ਨੂੰ ਬੁਲਾ ਸਕਦਾ, ਨਾ ਕਿਸੇ ਨੂੰ ਚੇਕ ਸਕਦਾ। ਇਹ ਗੱਲ 500 ਸਾਲ ਪਹਿਲੇ ਈਸਾਈ ਧਰਮ ਨੇ ਸਾਨੂੰ ਸਮਝਾ ਦਿੱਤੀ ਸੀ ਕਿ ਵਕਤ ਉਹ ਆ ਰਿਹਾ ਜਿੱਥੇ ਇਹਨਾਂ ਲੋਕਾਂ ਦੀ ਕੋਈ ਤਾਕਤ ਨਹੀਂ ਹੋਣੀ ਚਾਹੀਦੀ। ਜਿੰਨੀ ਦਿਓਗੇ ਇਹਨਾਂ ਨੂੰ ਤਾਕਤ, ਇਹ ਤੁਹਾਡੇ ਧਰਮ ਨੂੰ ਤਬਾਹ ਕਰਨਗੇ। ਮੈਂ ਵੀ ਇਹੀ ਗੱਲ ਮਹਿਸੂਸ ਕੀਤੀ ਕਿ ਜਿਸ ਤਰ੍ਹਾਂ ਇਹ ਕਰ ਰਹੇ ਨੇ ਚੰਗੇ ਭਲੇ ਸਿੱਖਾਂ ਨਾਲ, ਇਹ ਹੁਣ ਮਰਵਾ ਦੇਣਗੇ ਸਿੱਖ ਧਰਮ ਨੂੰ, ਬੈਕਵਰਡ ਬਣਾ ਦੇਣਗੇ। ਸੋ ਉਹੀ ਹੋਇਆ। ਪਹਿਲੇ ਸਾਡੇ ਆਪਣੇ ਪਾਠਕਾਂ ਨੇ ਵੀ ਬੜਾ ਗੁੱਸਾ ਕੀਤਾ ਕਿ ਤੁਸੀਂ ਜਥੇਦਾਰ ਦੇ ਖਿਲਾਫ ਬੋਲਦੇ। ਬਹੁਤ ਸਾਰੇ ਲੋਕਾਂ ਨੂੰ ਚਿੱਠੀਆਂ ਆਈਆਂ ਸੀ, ਸਾਡਾ ਸਪੋਕਸਮੈਨ ਬੰਦ ਕਰ ਦਿਓ, ਅਸੀਂ ਨਹੀਂ ਪੜ੍ਹਨਾ। ਹੋਇਆ ਸੀ ਇਸ ਤਰ੍ਹਾਂ ਵੀ, ਲੇਕਿਨ ਹੌਲੀ ਹੌਲੀ ਅਸੀਂ ਡਟੇ ਰਹੇ, ਜਾਗਰਤੀ ਆਉਂਦੀ ਗਈ ਲੋਕਾਂ ਵਿੱਚ। ਲੱਖਾਂ ਲੋਕ ਫਿਰ ਸਾਡੇ ਨਾਲ ਵੀ ਖੜੇ ਹੋ ਗਏ। ਤਾਂ ਇਹ ਭਾਈ ਢੱਡਰੀਆਂਵਾਲੇ ਨਾਲ ਜੋ ਇਹਨਾਂ ਦਾ ਹੁਕਮਨਾਮਾ ਹੋਇਆ, ਇਹੀ ਜਥੇਦਾਰਾਂ ਨੇ, ਇਹੀ ਅਕਾਲ ਤਖਤ ਵਾਲਿਆਂ ਨੇ, ਇਹੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਭਾਈ ਪਹਿਲੇ ਸਿੱਖ ਸਭਾ ਮੂਵਮੈਂਟ ਦੇ ਬਾਨੀ ਪ੍ਰੋਫੈਸਰ ਗਿਆਨੀਂਦਰ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਖਿਲਾਫ ਕੀਤਾ ਸੀ। ਫਿਰ 100 ਸਾਲ ਬਾਅਦ ਇਹਨਾਂ ਨੂੰ ਥੁੱਕ ਕੇ ਛੱਡਣਾ ਪਿਆ, ਉਹਨੂੰ ਮਾਫੀ ਦੇਣੀ ਪਈ ਉਹਦੇ ਡੈਥ ਤੋਂ ਬਾਅਦ, ਹੁਣ ਗੁਰਚਰਨ ਸਿੰਘ ਟੌੜਾ ਦੇ ਵੇਲੇ। ਅਤੇ ਇਹ ਗੱਲ ਇਹਨਾਂ ਨੂੰ ਅਜੇ ਤੱਕ ਸਮਝ ਨਹੀਂ ਆਈ। ਉਸ ਤੋਂ ਬਾਅਦ ਇਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਚੇਕਿਆ। ਲੱਖਾਂ ਲੋਕ ਉਹਦਾ ਕੀਰਤਨ ਸੁਣਨ ਵਾਸਤੇ ਜਾਂਦੇ ਨੇ, ਇਹਨਾਂ ਨੂੰ ਰੋਕਣਾ ਪੈਂਦਾ ਕਿ ਨਾ ਜਾਓ, ਉੱਥੇ ਧੱਕਾ ਮੁੱਕੀ ਕਰਨੀ ਪੈਂਦੀ ਹੈ ਕਿ ਨਾ ਸੁਣੋ ਇਹਨੂੰ। ਇਹੀ ਹਾਲ ਕਲਾ ਵਗਾਨਾ ਦਾ ਸੀਗਾ, ਇਹੀ ਹਾਲ ਸਪੋਕਸਮੈਨ ਦਾ। ਲੱਖਾਂ ਲੋਕ ਅਸੀਂ ਥਾਂ ਥਾਂ 'ਤੇ ਗੈਦਰਿੰਗ ਕੀਤੀਆਂ ਨੇ, ਦਿਖਾਇਆ ਇਹਨਾਂ ਨੂੰ। ਇਹਨਾਂ ਤੋਂ ਸਮਝ ਆਉਣੀ ਚਾਹੀਦੀ ਹੈ ਕਿ ਇਹ ਵਕਤ ਦੀ ਗੱਲ ਨਹੀਂ। ਬਾਬੇ ਨਾਨਕ ਦੇ ਧਰਮ ਵਿੱਚ ਪਹਿਲੇ ਦਿਨ ਤੋਂ ਹੀ ਨਹੀਂ ਸੀ, ਲੇਕਿਨ ਜੇ ਆ ਗਈ ਇਹ ਗਲਤੀ ਨਾਲ ਅੰਗਰੇਜ਼ਾਂ ਨੇ ਦਾਖਲ ਕੀਤੀ ਹੈ ਅਤੇ ਹੁਣ ਇਸ ਨੂੰ ਬੰਦ ਕਰੋ। ਇਹ ਨਾ ਬੰਦ ਕਰੋਗੇ ਹੋਣਾ ਕੁਝ ਨਹੀਂ। ਸਿੱਖੀ ਦੇ ਉੱਤੇ ਲੇਬਲ ਲੱਗ ਗਿਆ ਜੋ ਇਹ ਬੈਕਵਰਡ ਧਰਮ ਹੈ। ਇਸ ਦੇ ਵਿੱਚ ਜੇ ਪੁਜਾਰੀ ਦਾ ਹੱਥ ਵਿੱਚ ਸਾਡਾ ਜੁੜਾ ਰਹਿਣਾ ਹੈ ਤਾਂ ਇਹਦਾ ਮਤਲਬ ਬੈਕਵਰਡ ਧਰਮ ਹੈ। ਕਿਸੇ ਵੀ ਧਰਮ ਵਿੱਚ ਅੱਜ ਇਹ ਛੇਕਣ ਦੀ ਗੱਲ ਨਹੀਂ ਰਹਿ ਗਈ। ਕਿਸੇ ਦੇ ਧਰਮ ਵਿੱਚ ਕਿਸੇ ਨੂੰ ਰੋਕਣ ਦੀ ਗੱਲ, ਆਜ਼ਾਦੀ ਜਿਹੜੀ ਬੋਲਣ ਦੀ ਆਜ਼ਾਦੀ ਅਤੇ ਪਾਬੰਦੀ ਨਹੀਂ ਰਹਿ ਗਈ। ਹੁਣ ਅਦਾਲਤਾਂ ਕਾਹਦੇ ਬਣਾ ਲਈਆਂ ਨੇ। ਇਹ ਉਸ ਵੇਲੇ ਹੁੰਦਾ ਸੀ ਜਦੋਂ ਅਦਾਲਤਾਂ ਹੁੰਦੀਆਂ ਨਹੀਂ ਸੀ। ਅਦਾਲਤਾਂ ਤੋਂ ਬਾਅਦ ਹੁਣ ਅਦਾਲਤਾਂ ਵਿੱਚ ਜਾਣਾ ਪੈਂਦਾ ਜੇ ਕੋਈ ਗੱਲ ਹੋ ਜਾਵੇ। ਅਤੇ ਇਹ ਵੀ ਜਾਂਦੇ ਨੇ। ਹੁਣ ਕਿਉਂ ਜਾ ਰਹੇ ਨੇ ਕੱਲ੍ਹ, ਕਿਉਂ ਆਪਣੇ ਚੀਫ ਸੈਕਟਰੀ ਦੇ ਖਿਲਾਫ ਕੋਰਟ ਵਿੱਚ ਕੇਸ ਕਰ ਰਹੇ ਨੇ, ਕਿਉਂ ਕਰ ਰਹੇ ਨੇ? ਫਿਰ ਜਥੇਦਾਰ ਕਰ ਲਵੇ ਉੱਥੇ ਜੋ ਕਰਨਾ ਉਹਨੇ, ਲੇਕਿਨ ਨਹੀਂ। ਅੱਜ ਦਾ ਜ਼ਮਾਨਾ ਇਹ ਹੈ ਕਿ ਅਦਾਲਤਾਂ ਕੋਲੋਂ ਜਾ ਕੇ ਫੈਸਲੇ ਕਰਵਾ ਲਓ। ਇਹਨਾਂ ਜਿਹੜਾ ਇਹ ਹੁਕਮਨਾਮੇ ਕਰਦੇ ਨੇ ਉਹਦੀ ਮਾਨਤਾ ਹੈ ਕਿ ਲੋਕ ਮੰਨਦੇ ਨੇ। ਸੋ ਲੋਕਾਂ ਵਿੱਚ ਉਹ ਜਾਗਰਤੀ ਸਮਝ, ਕਿਉਂਕਿ ਜੇ ਤੁਸੀਂ ਜੋ ਗੱਲਾਂ ਕਹਿੰਦੇ ਹੋ ਬਾਣੀ ਵਿੱਚ ਬੜੀਆਂ ਸਪਸ਼ਟ ਦਿੱਤੀਆਂ ਹੋਈਆਂ ਨੇ। ਸੋ ਇਹ ਜਿਹੜਾ ਲੋਕ ਭੀੜ ਚਾਲ ਵਿੱਚ ਜਾਂਦੇ ਨੇ, ਉਹ ਆਪਣਾ ਆਪ ਸੋਚਦੇ ਨੇ ਕਿ ਕਿਹੜੀ ਸਹੀ ਗੱਲ ਹੋ ਰਹੀ ਹੈ। ਬਿਕੋਜ਼ ਕਈ ਗੱਲਾਂ ਜਦ ਰਾਮ ਰਹੀਮ ਨੇ ਜਦ ਪੁਸ਼ਾਕ ਪਾ ਕੇ ਉਹ ਸਭ ਸਵਾਂਗ ਰਚਾਇਆ, ਉੱਥੇ ਸਿੱਖ ਧਰਮ ਦੇ ਲੋਕ ਵੀ ਬੈਠੇ ਸੀਗੇ। ਜੇ ਉਹ ਮੁੱਦਾ ਰੋਜ਼ਾਨਾ ਸਪੋਕਸਮੈਨ ਅਖਬਾਰ ਨਾ ਚੁੱਕਦੀ ਤਾਂ ਸ਼ਾਇਦ ਉਹ ਰਹਿ ਜਾਂਦਾ। ਉਹਨਾਂ ਦੇ ਬਲਾਤਕਾਰ ਦੇ ਜਿਹੜੇ ਕੇਸ ਆਏ ਸੀ ਉਹਨਾਂ ਨੂੰ ਤੁਸੀਂ ਜਗ੍ਹਾ ਨਾ ਦਿੰਦੇ, ਉਹ ਮੁੱਦਾ ਰਹਿ ਜਾਂਦਾ। ਤਾਂ ਲੋਕਾਂ ਵਿੱਚ ਉਹ ਸਮਝ ਕਿਸ ਤਰ੍ਹਾਂ ਆਏਗੀ? ਬਾਬੇ ਨਾਨਕ ਨੇ ਲਿਖਿਆ ਸੀ, ਅੰਧੀ ਰਈਅਤ ਗਿਆਨ ਵਿੱਚ ਹੋਣੀ। ਜਿਹੜੀ ਬਹੁਤੀ ਖਲਕਤ ਹੁੰਦੀ ਹੈ ਉਹ ਜਦ ਤੱਕ ਉਹਨੂੰ ਦੱਸਿਆ ਨਾ ਜਾਏ, ਗਿਆਨ ਨਾ ਦਿੱਤਾ ਜਾਏ, ਉਹ ਅੰਧੀ ਹੁੰਦੀ ਹੈ। ਤਾਂ ਉਸ ਦਾ ਫਾਇਦਾ ਇਹ ਉਠਾਉਂਦੇ ਨੇ, ਸਾਰੇ ਉਠਾਉਂਦੇ ਨੇ। ਹਾਕਮ ਵੀ ਉਠਾਉਂਦਾ ਹੈ, ਹਾਕਮ ਵੀ ਜ਼ੁਲਮ ਕਰਦਾ ਅਤੇ ਉਹ ਰਈਅਤ ਅੱਧੀ ਉਹਦੇ ਨਾਲ ਹੁੰਦੀ ਹੈ। ਅਤੇ ਇਹ ਵੀ ਜਦੋਂ ਗਲਤੀ ਕਰਦੇ ਨੇ ਅਤੇ ਅੱਧੇ ਲੋਕ ਜਿਹੜੇ ਪੁਰਾਣੇ ਸਿਸਟਮ ਨਾਲ ਚਲੇ ਆ ਰਹੇ ਹੁੰਦੇ ਨੇ ਉਹਦੇ ਨਾਲ ਇਹਨਾਂ ਨਾਲ ਹੁੰਦੇ ਨੇ, ਇਸ ਗੱਲ ਦਾ ਫਾਇਦਾ ਉਠਾਉਂਦੇ ਨੇ। ਇਸ ਵਾਸਤੇ ਕੁਝ ਲੋਕਾਂ ਨੂੰ ਕੁਰਬਾਨੀ ਦੇਣੀ ਪੈਂਦੀ ਹੈ ਕਿ ਅਸੀਂ ਆਉਂਦੇ ਹਾਂ, ਅਸੀਂ ਮਾਰ ਖਾਂਦੇ ਹਾਂ, ਅਸੀਂ ਜੁੱਤੀਆਂ ਖਾਂਦੇ ਹਾਂ, ਅਸੀਂ ਗਾਲਾਂ ਕੱਢਦੇ ਹਾਂ, ਅਸੀਂ ਛੇਕ ਕੇ ਜਾਣ ਨੂੰ ਤਿਆਰ ਹਾਂ, ਅਤੇ ਲੇਕਿਨ ਅਸੀਂ ਸੱਚ ਬੋਲਾਂਗੇ। ਉਸ ਤੋਂ ਬਾਅਦ ਫਿਰ ਲੋਕ ਹੌਲੀ ਹੌਲੀ ਸਮਝਦੇ ਨੇ, ਹੌਲੀ ਹੌਲੀ ਵਾਪਸ ਆ ਜਾਂਦੇ। ਲੇਕਿਨ ਇਹ ਉਸ ਸੈਕਸ਼ਨ 'ਤੇ ਡਿਪੈਂਡ ਕਰਦੇ ਨੇ ਜਿਹੜੀ ਇਹਨਾਂ ਦੇ ਉੱਤੇ ਡਿਪੈਂਡੈਂਟ ਹੈ। ਇਹਨਾਂ ਕੋਲ ਪੈਸੇ ਲੈਂਦੀ ਹੈ, ਇਹਨਾਂ ਕੋਲ ਕਈ ਤਰ੍ਹਾਂ ਦੇ ਫਾਇਦੇ ਉਠਾਉਂਦੀ ਹੈ। ਸ਼੍ਰੋਮਣੀ ਕਮੇਟੀ ਲੱਖਾਂ ਬੰਦਿਆਂ ਨੂੰ ਮਦਦ ਕਰਦੀ ਹੈ, ਉਹ ਹਮੇਸ਼ਾ ਉਹਦੇ ਨਾਲ ਰਹਿਣਗੇ। ਲੇਕਿਨ ਆਮ ਪਬਲਿਕ ਤੋਂ ਮੈਂ ਕਹਿ ਰਿਹਾ ਜਿਹੜਾ ਸਿਆਣਾ ਸਿੱਖ ਹੈ ਉਹ ਇਹਨਾਂ ਨਾਲ ਹੁਣ ਟੁੱਟ ਚੁੱਕਾ ਹੈ, ਬਿਲਕੁਲ ਪੂਰਾ ਟੁੱਟ ਚੁੱਕਾ ਹੈ। ਅਤੇ ਇਹ ਸਿੱਖੀ ਨੂੰ ਹੁਣ ਉਹ ਨੁਕਸਾਨ ਪਹੁੰਚਾ ਰਹੇ ਨੇ ਸਾਰੇ ਰਲ ਕੇ ਜਿਹੜਾ ਦੁਸ਼ਮਣ ਨੇ ਨਹੀਂ ਸੀ ਬਚਾਇਆ। ਅੱਜ ਮੈਨੂੰ ਮੇਰੇ ਦੋਸਤ, ਸਾਡੇ ਹਿੰਦੂ ਦੋਸਤ ਕਹਿੰਦੇ ਨੇ,
ਉਹ ਤੁਹਾਡਾ ਧਰਮ ਕਿੱਥੋਂ ਦਾ ਹੈ? ਤੁਸੀਂ ਤਾਂ ਸਭ ਤੋਂ ਬੈਕਵਰਡ ਧਰਮ ਹੈ। ਤਾਂ ਤੁਸੀਂ ਕਹਿੰਦੇ ਮਾਡਰਨ ਧਰਮ। 500 ਸਾਲ ਪਹਿਲੇ ਜਿਸ ਪੁਜਾਰੀਵਾਦ ਨੂੰ ਅਸੀਂ ਈਸਾਈ ਧਰਮ ਨੇ ਖਤਮ ਕਰਤਾ ਸੀ, 100 ਸਾਲ 2 ਸਾਲ ਪਹਿਲੇ 200 ਸਾਲ ਪਹਿਲੇ ਇਸ ਹਿੰਦੂ ਧਰਮ ਨੇ ਖਤਮ ਕਰਤਾ ਸੀਗਾ। ਉਹ ਪੁਜਾਰੀ ਉਹ ਤੁਹਾਡੇ 'ਤੇ ਰਾਜ ਕਰ ਰਿਹਾ, ਉਹ ਤੁਹਾਨੂੰ ਹੁਕਮ ਚਲਾ ਰਿਹਾ ਵਾ। ਤੁਸੀਂ ਸਿੱਖ ਹੈਗੇ ਹੋ ਕਿ ਨਹੀਂ ਹੈਗੇ? ਜਦ ਵੀ ਪੁਜਾਰੀਵਾਦ ਦੀ ਗੱਲ ਹੁੰਦੀ ਹੈ ਤਾਂ ਇੱਕ ਉਦਾਹਰਨ ਦਿੱਤਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਬੁਲਾਇਆ ਗਿਆ ਸੀ ਤਾਂ ਉਹ ਹਾਜ਼ਰ ਹੋਏ ਸੀਗੇ। ਇਹ ਝੂਠ ਹੈ ਬਿਲਕੁਲ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕੋਈ ਜਥੇਦਾਰੀ ਸਿਸਟਮ ਹੁੰਦਾ ਹੀ ਨਹੀਂ ਸੀ। ਜਥੇਦਾਰੀ ਸਿਸਟਮ ਅਕਾਲੀ ਲਹਿਰ ਤੋਂ ਬਾਅਦ ਆਇਆ ਹੈ। ਮਹਾਰਾਜਾ ਰਣਜੀਤ ਸਿੰਘ ਨੇ, ਕਿਉਂਕਿ ਉਸਲੇ ਦਰਬਾਰ ਸਾਹਿਬ ਸਾਡੇ ਕੋਲ ਇੱਕ ਬੜੀ ਐਸੀ ਥਾਂ 'ਤੇ ਸੀ ਜਿੱਥੇ ਕੋਈ ਵੀ ਹਮਲਾਵਰ ਆ ਕੇ ਸਿੱਧਾ ਹਮਲਾ ਕਰ, ਆਸ-ਪਾਸ ਆਬਾਦੀ ਬਹੁਤ ਥੋੜ੍ਹੀ ਹੁੰਦੀ ਸੀ। ਜਿਵੇਂ ਅੱਜ ਤੋਂ 50 ਸਾਲ ਪਹਿਲੇ ਚੰਡੀਗੜ੍ਹ ਹੁੰਦਾ ਸੀ ਹਾਲ, ਇਸ ਤਰ੍ਹਾਂ ਉਸ ਤੋਂ ਵੀ ਮਾੜਾ ਹਾਲ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀ ਛਾਉਣੀ ਲਗਾਤੀ ਸੀ ਉੱਥੇ ਨਿਹੰਗਾਂ ਦੀ। ਉਸ ਦਾ ਜਥੇਦਾਰ ਸੀ ਅਕਾਲੀ ਫੂਲਾ ਸਿੰਘ। ਅਕਾਲ ਤਖਤ ਦਾ ਜਥੇਦਾਰ ਨਹੀਂ ਸੀ। ਉਹਨਾਂ ਦੀ ਆਪਣੀ ਰਵਾਇਤ ਹੁੰਦੀ ਸੀ, ਜਿਸ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਉਹਦੇ ਮੁਤਾਬਕ ਦਿੰਦੇ ਸੀਗੇ। ਤਾਂ ਜਦੋਂ ਉਹਨੇ ਮੌਰਾਂ ਨਾਲ ਸੰਬੰਧ ਰੱਖੇ ਤਾਂ ਉਹਨੇ ਅਕਾਲੀ ਫੂਲਾ ਸਿੰਘ ਨੇ ਨਿਹੰਗ ਰਵਾਇਤ ਦੇ ਮੁਤਾਬਕ ਉਹਨਾਂ ਨੂੰ ਬੁਲਾਇਆ ਸੀਗਾ। ਹੁਣ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਬੜਾ ਗੁੱਸਾ ਕੀਤਾ ਕਿ ਕਿਉਂ ਬੁਲਾਇਆ, ਪਰ ਕੁਝ ਸਿਆਣੇ ਨੇ ਕਿਹਾ ਹਾਲੇ ਇਹਨੂੰ ਇੱਕ ਵਾਰੀ ਨਾ ਕਰੋ ਇਸ ਵੇਲੇ, ਕਿਉਂਕਿ ਹੋ ਸਕਦਾ ਲੋਕੀ ਉਹਦੇ ਨਾਲ ਹੋ ਜਾਣ, ਅਤੇ ਇਸ ਕਰਕੇ ਅਜੇ ਤਾਂ ਚੱਲ ਪਓ ਅਤੇ ਬਾਅਦ 'ਚ ਇਹਨੂੰ ਸਿੱਧਿਆ ਕਰਾਂਗੇ। ਤਾਂ ਉਹਨਾਂ ਨੇ ਰਣਜੀਤ ਸਿੰਘ ਆ ਗਿਆ ਸੀਗਾ। ਅਤੇ ਲੇਕਿਨ ਬਾਅਦ ਵਿੱਚ ਸਾਰੀ ਉਮਰ ਉਹਨੇ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਅੰਮ੍ਰਿਤਸਰ 'ਚ ਨਹੀਂ ਸੀ ਵੜਨ ਦਿੱਤਾ। ਉਹਨੂੰ ਦੂਰ ਦੂਰ ਤੱਕ ਸੁੱਟਿਆ ਹੋਇਆ ਸੀਗਾ, ਬਹੁਤ ਬੜਾ ਤੰਗ ਕੀਤਾ ਸੀਗਾ। ਇਸ ਵਾਸਤੇ ਉਹ ਜਥੇਦਾਰੀ ਦੀ ਗੱਲ ਛੱਡੋ ਤੁਸੀਂ। ਜਥੇਦਾਰੀ ਤਾਂ ਸ਼ੁਰੂ ਹੋਈ ਅਕਾਲੀ ਲਹਿਰ ਤੋਂ ਬਾਅਦ। ਇਹ ਕਿੱਥੇ ਉਸ ਵੇਲੇ ਕਿਹਦੀ ਗੱਲ ਕਰਦੇ ਨੇ? ਇਹ ਪੁਰਾਣੀਆਂ ਗੱਲਾਂ ਐਵੇਂ ਜੋੜ ਲੈਂਦੇ ਨੇ ਜਿਨ੍ਹਾਂ ਦਾ ਕੋਈ ਮਕਸਦ ਹੀ ਨਹੀਂ, ਜਿੰਦਾ ਹਿਸਟਰੀ ਕੋਈ ਨਹੀਂ, ਇਤਿਹਾਸ ਨਾਲ ਕੋਈ ਸੰਬੰਧ ਹੀ ਨਹੀਂ ਹੈ। ਇਹ ਆਪਣੀ ਗੱਲ ਕਰਨ। ਇਹਨਾਂ 'ਚੋਂ ਕਿਹੜਾ ਜਥੇਦਾਰ ਹੈ ਜਿਹੜਾ ਸਹੀ ਸਾਬਤ ਹੋਇਆ? ਮੈਂ ਤਾਂ ਸਪੋਕਸਮੈਨ 'ਚ ਲਿਖਿਆ ਸਾਰਿਆਂ ਜਥੇਦਾਰਾਂ ਦਾ ਕਿ ਜਿੱਦਾਂ ਵੀ 47 ਤੋਂ ਬਾਅਦ ਜਥੇਦਾਰ ਆਏ ਨੇ ਉਹਨਾਂ ਦਾ ਇਹ ਕਰੈਕਟਰ ਸੀਗਾ, ਇਹ ਉਹਨਾਂ ਦਾ ਕੀਤਾ ਸੀ। ਕਿਸੇ ਨੇ ਪੈਸੇ ਲੈ ਕੇ ਹੁਕਮਨਾਮੇ ਜਾਰੀ ਕੀਤੇ, ਕਿਸੇ ਨੇ ਉਸ ਬਾਬੇ ਨੂੰ ਮਾਫ ਕੀਤਾ ਜਿਸ ਦੇ ਕੁੜੀ ਦਾ ਨਾਲ ਵਿਚਾਰ ਕਰਨ ਦਾ ਸੀਗਾ ਦੋਸ਼, ਅਤੇ ਉਹਨੂੰ ਕੋਰਟ ਨੇ 10 ਸਾਲ ਮਗਰੋਂ ਸਜ਼ਾ ਦਿੱਤੀ, ਇਹਨਾਂ ਨੇ ਮਾਫ ਕਰਤਾ ਸੀਗਾ। ਇਹਨਾਂ ਦਾ ਕਿਸੇ ਪੋਲੀਟੀਸ਼ੀਅਨ ਦਾ ਉਹਨੂੰ ਬੰਦ ਕਮਰੇ ਪਿਛਲੇ ਪਾਸੇ ਲਿਆ ਕੇ ਮਾਫ ਕਰ ਦਿੱਤਾ, ਪਤਾ ਹੀ ਨਹੀਂ ਲੱਗਦਾ ਉਹਦਾ ਆਇਆ ਕਿ ਨਹੀਂ। ਇਹ ਸਾਰੇ ਇਹਨਾਂ ਨੇ ਬੜਾ ਇਹਨਾਂ ਦਾ ਕੋਈ ਕਰੈਕਟਰ ਹੈ ਹੀ ਨਹੀਂ ਇਹਨਾਂ ਦਾ। ਸਾਡੇ ਜਥੇਦਾਰ ਜਨਤਾ ਇਹ ਕਿਸੇ ਨੂੰ ਕਿਵੇਂ ਰੋਕ ਸਕਦੇ ਨੇ? ਕੌਣ ਡਿਸਾਈਡ ਕਰੇਗਾ ਕਿਹਦਾ ਕਿਰਦਾਰ ਚੰਗਾ ਹੈ? ਇਹ ਜਿਹੜੀ ਅਸੀਂ ਕਹਿੰਦੇ ਤਾਂ ਹਾਂ ਸਾਡੇ ਕੋਲ ਇੱਕੋ ਗੁਰੂ ਹੈਗਾ, ਬਟ ਮੰਨਿਆ ਜਾਂਦਾ ਅਸਲ ਵਿੱਚ? ਅਸਲ 'ਚ ਗੱਲ ਇਹ ਹੈ ਕਿ ਇਹ ਗੱਲ ਜਿਹੜੀ ਆਤਮਾ ਦੇ ਜਿਹੜੀ ਸਾਡੀ ਗੁਰੂ ਦੀ ਗੱਲ ਹੈ ਨਾ, ਆਤਮਾ ਦੀ ਗੱਲ ਹੁੰਦੀ ਹੈ। ਜੋ ਗੁਰੂ ਤੋਂ ਅਸੀਂ ਸਿੱਖਣਾ ਸਾਡੀ ਆਤਮਾ ਨੇ ਸਿੱਖਣਾ, ਸਰੀਰ ਨੇ ਨਹੀਂ ਸਿੱਖਣਾ ਹੁੰਦਾ। ਇਹ ਸਰੀਰਾਂ ਦੇ ਪ੍ਰਬੰਧ ਹੋ ਰਹੇ ਨੇ ਜਿਹੜੇ ਇਹ ਕਰਦੇ ਨੇ ਨਾ, ਇਹ ਸਰੀਰਾਂ ਦੇ ਪ੍ਰਬੰਧ ਕਰਦੇ ਨੇ। ਆਤਮਾ ਇਹਨਾਂ ਦੀ ਵੀ ਜਾਣਦੀ ਹੈ ਕਿ ਗਲਤ ਕਰ ਰਹੇ ਨੇ। ਆਤਮਾ ਲੋਕਾਂ ਦੀ ਵੀ ਜਿਹੜੀ ਇਹਨਾਂ ਦੀ ਹਮਾਇਤ ਕਰਦੇ ਨੇ, ਉਹਨਾਂ ਨੂੰ ਵੀ ਪਤਾ ਕਿ ਅਸੀਂ ਗਲਤ ਕਰ ਰਹੇ ਹਾਂ। ਸੋ ਉਹ ਜਿਹੜੀ ਆਤਮਾ ਵਾਲੀ ਗੱਲ ਹੈ ਉਹਦਾ ਫੈਸਲਾ ਬਾਅਦ 'ਚ ਹੀ ਹੋਏਗਾ। ਇਹ ਨਹੀਂ ਕਰ ਸਕਦੇ, ਇਹ ਸਰੀਰਾਂ ਦਾ ਕਰ ਸਕਦੇ ਨੇ। ਮੈਂ ਐਕਸ਼ਨ ਕੀ ਕੀਤਾ, ਮੈਂ ਅੰਦਰੋਂ ਕਿੰਨਾ ਸੱਚਾ ਵਾਂ ਉਹ ਨਹੀਂ ਦੇਖ ਸਕਦੇ, ਜਾਂ ਅੰਦਰੋਂ ਕਿੰਨਾ ਝੂਠਾ ਵਾਂ ਉਹ ਨਹੀਂ ਦੇਖ ਸਕਦੇ। ਇਹ ਦੇਖ ਸਕਦੇ ਨੇ ਇਹ ਸਾਡਾ ਹਮਾਇਤੀ ਕਿੰਨਾ ਕੁ ਹੈ, ਇਹ ਸਾਡੀ ਚਮਚਾਗਿਰੀ ਕਿੰਨੀ ਕਰ ਸਕਦਾ ਹੈ। ਇਹ ਇਹੀ ਲੋਕ ਦੇਖਦੇ ਨੇ। ਇਹ ਰੋਕਣ ਦੀ ਕੋਸ਼ਿਸ਼ ਕਰਦੇ ਨੇ ਸਰੀਰ ਨੂੰ, ਆਤਮਾ ਨੂੰ ਨਹੀਂ ਰੋਕ ਸਕਦੇ। ਇਸੇ ਵਾਸਤੇ ਮੂਵਮੈਂਟਾਂ ਕਾਮਯਾਬ ਹੁੰਦੀਆਂ ਨੇ ਕਿ ਆਤਮਾ ਵਾਲੇ ਆਪਣੀ ਆਤਮਾ ਦੀ ਗੱਲ ਸੁਣਦੇ ਨੇ। ਇਹ ਕਹਿੰਦੇ ਨੇ ਆਤਮਾ ਨੂੰ ਭੁਲਾ ਜਾਓ, ਆਤਮਾ ਨੂੰ ਛੱਡ ਦਿਓ, ਆਤਮਾ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਬੰਦਿਆ ਪੈਸੇ ਲੈ ਲੈ, ਜਿਸ ਦਿਨ ਪੈਸੇ ਲੈਂਦਾ ਉਹ ਸਰੀਰ ਲੈਂਦਾ, ਮਰ ਆਤਮਾ ਜਾਂਦੀ ਹੈ। ਇਹਨਾਂ ਨੂੰ ਲੈਂਗੁਏਜ ਹੀ ਪੈਸੇ ਸਮਝ ਆਉਂਦੀ। ਸਪੋਕਸਮੈਨ ਜਦ ਵਾਰ ਕੀਤਾ, ਇਸ਼ਤਿਹਾਰ ਬੰਦ ਕਰਤੇ, ਸਰਕੂਲੇਸ਼ਨ ਬੰਦ ਕਰਾਤੀ। ਅੱਜ ਭਾਈ ਰਣਜੀਤ ਸਿੰਘ ਨਾਲ ਵੀ ਉਹ ਕਰ ਰਹੇ ਨੇ ਕਿ ਉੱਥੇ ਨਹੀਂ ਜਾਣਗੇ, ਕੋਈ ਮੱਥਾ ਨਹੀਂ ਟੇਕੇਗਾ, ਪੈਸੇ ਨਹੀਂ ਆਉਣਗੇ, ਉਹਨਾਂ ਦਾ ਜਿਹੜਾ ਇੱਕ ਸਿਸਟਮ ਜੋ ਬਣਿਆ ਉਹ ਤੋੜ ਦੇਣਗੇ। ਸੋ ਲੈਂਗੁਏਜ ਸਿਰਫ ਪੈਸੇ ਦੀ। ਇਹ ਹਰ ਹੱਥ ਡੰਡਾ ਵਰਤਦੇ ਨੇ। ਪੋਪ ਵੀ ਵਰਤਦਾ ਸੀਗਾ, ਹਿੰਦੂ ਪੁਜਾਰੀ ਵੀ ਵਰਤਦੇ ਸੀਗੇ। ਇਹ ਹਰ ਹੱਥ ਕੰਡਾ ਵਰਤਦੇ ਨੇ। ਜਿੱਥੇ ਪੈਸਾ ਰੋਕਣਾ ਉੱਥੇ ਰੋਕਦੇ ਨੇ। ਜਿੱਥੇ ਹੁਣ ਸਾਡੇ ਜਿਹੜੇ ਸਿੰਘ ਸਭਾ ਮੂਵਮੈਂਟ ਦੇ ਬਾਨੀ ਸਨ, ਗਿਆਨੀ ਦੇ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ, ਉਹਨਾਂ ਦਾ ਪੜ੍ਹੋ ਤਾਂ ਵਿਚਾਰੇ ਬੜੀ ਬੁਰੀ ਹਾਲਤ 'ਚ ਮਰੇ ਸੀ। ਗਿਆਨੀ ਦੇ ਸਿੰਘ ਤਾਂ ਇਹਨਾਂ ਨੇ ਇਸ ਹੱਦ ਤੱਕ ਕਰ ਲਿਆਂਦਾ ਸੀ ਹਾਲਤ ਕਿ ਉਹਨੂੰ ਰਹਿਣ ਲਈ ਥਾਂ ਨਹੀਂ ਸੀ। ਫਿਰ ਇੱਕ ਮੁਸਲਮਾਨ ਹਕੀਮ ਦੇ ਦਵਾਖਾਨੇ ਵਿੱਚ ਉਹ ਦਿਨੇ ਬਾਹਰ ਘੁੰਮਦਾ ਸੀ ਪਾਰਕਾਂ ਪੁਰਕਾਂ ਵਿੱਚ, ਅਤੇ ਰਾਤ ਨੂੰ ਉੱਥੇ ਸੌਣ ਦੀ ਥਾਂ ਮਿਲੀ ਸੀ। ਫਿਰ ਉਹਨੂੰ ਸੀਰੀਅਸ ਬਿਮਾਰੀ ਹੋ ਗਈ ਅਤੇ ਕੋਈ ਉਹਦੇ ਕੋਲ ਇਲਾਜ ਜੋਗੇ ਪੈਸੇ ਨਹੀਂ ਸੀ, ਕੋਈ ਦਿੰਦਾ ਨਹੀਂ ਸੀ। ਆਮ ਸਿੱਖ ਵੀ ਨਹੀਂ ਸੀ ਦਿੰਦੇ, ਅਤੇ ਉਹ ਵਿਚਾਰਾ ਮਰ ਗਿਆ। ਕਿਉਂਕਿ ਉਹ ਹਕੀਮ ਜਿਹੜੀ ਪੜੀ ਦਿੰਦਾ ਸੀ ਉਹਦੇ ਨਾਲ ਕਿੰਨੇ ਦਿਨ ਕੱਢ ਸਕਦਾ ਸੀਗਾ। ਉਹ ਸਿੱਖ ਧਰਮ ਦੇ ਬਹੁਤ ਮਹਾਂਪੁਰਸ਼ ਹੋਏ ਨੇ ਜਿਹੜੇ ਗਿਆਨੀ ਸਿੰਘ, ਉਹਨਾਂ ਵਿੱਚੋਂ ਹੈ।
ਤੇ ਉਸ ਦਾ ਹਾਲ ਇਹਨਾਂ ਨੇ ਕੀਤਾ ਸੀ। ਇਹ ਤਾਂ ਕਰਨਗੇ, ਹਰ ਤਰ੍ਹਾਂ ਦਾ ਕਰਨਗੇ, ਜਿਸ ਤਰ੍ਹਾਂ ਵੀ ਹੋਵੇ। ਬਦਮਾਸ਼ ਵੀ ਇਹਨਾਂ ਨੇ ਰੱਖੇ ਹੁੰਦੇ ਨੇ ਤੇ ਉਹਨਾਂ ਕੋਲ ਮੈਨੂੰ 50 ਵਾਰੀ ਧਮਕੀਆਂ ਆਈਆਂ, ਮਾਰ ਦਾਂਗੇ ਤੈਨੂੰ, ਮਾਰ ਦਾਂਗੇ। ਤਾਂ ਉਹ ਇਹ ਤਰੀਕਾ ਹੀ ਹੁੰਦਾ ਵੀ ਚੁੱਪ ਕਰ ਜਾ ਬੰਦਿਆ, ਚੁੱਪ ਕਰ ਜਾ, ਜੋ ਤੂੰ ਬੋਲਦਾ ਪਿਆ, ਨਹੀਂ ਤਾਂ ਤੈਨੂੰ ਇਹ ਕਰ ਦਾਂਗੇ, ਉਹ ਕਰ ਦਾਂਗੇ। ਇਹ ਕਰਦੇ ਨੇ। ਪਰ ਜਿਸ ਕੋਲ ਵੀ ਧਰਮ ਦੇ ਨਾਂ 'ਤੇ ਤਾਕਤ ਦਿੱਤੀ ਜਾਂਦੀ ਜਦੋਂ ਵੀ, ਤਾਂ ਸਮਝੋ ਇਹ ਕੰਮ ਹੋਣਗੇ ਹੀ ਹੋਣਗੇ। ਕਿਉਂਕਿ ਉਹ ਨਵੀਂ ਬਾਬੇ ਨਾਨਕ ਨਾਲ ਕਲਾਲ ਕੀ ਹੋਇਆ ਸੀਗਾ, ਹੱਥਾਂ ਮਾਰ ਪਈ ਸੀ, ਹੱਥਾਂ ਵੱਟੇ ਪਏ ਸੀ, ਹੱਥਾਂ ਕਿ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਟਾਲੇ ਕੱਲ੍ਹ ਪਰਸੋਂ ਵਿਆਹ ਉੱਥੇ ਕੰਧ ਸਾਹਿਬ ਦੇ ਦੇਖੋ ਜਾ ਕੇ, ਉਹ ਦੀਵਾਰ ਥੱਲੇ ਬਿਠਾਇਆ ਗਿਆ ਸੀ ਕਿ ਇਹਨੂੰ ਮਾਰ ਦੇ, ਦੀਵਾਰ ਡਿੱਗਣ ਵਾਲੀ ਸੀ, ਉਹਦੇ ਥੱਲੇ ਬਿਠਾਇਆ ਗਿਆ ਸੀ। ਸੋ ਇਹ ਜਿਹੜੇ ਪੁਰਾਣੇ ਧਰਮ ਦੇ ਪੁਜਾਣੇ, ਉਹ ਨਹੀਂ ਚਾਹੁੰਦੇ ਨਵੀਨਤਾ ਆਵੇ, ਉਹ ਨਹੀਂ ਚਾਹੁੰਦੇ ਦਲੀਲ ਆਵੇ। ਉਹ ਫਿਰ ਜਿਹੜਾ ਵੀ ਕੋਈ ਦਲੀਲ ਲਿਆਉਣ ਦੀ ਕੋਸ਼ਿਸ਼ ਕਰਦਾ ਉਹਨੂੰ ਮਾਰਨਾ ਚਾਹੁੰਦੇ ਨੇ। ਕਿਸ ਤਰੀਕੇ ਨਾਲ ਮਰਦਾ ਇਹ ਦੇਖਦੇ ਨੇ। ਜੇ ਪੈਸੇ ਨਾਲ ਮਰਦਾ ਪੈਸੇ ਨਾਲ ਮਾਰ ਦਿਓ, ਜੇ ਤਾਕਤ ਨਾਲ ਮਰਦਾ ਤਾਕਤ ਨਾਲ ਮਾਰ ਦਿਓ। ਇਹ ਹਮੇਸ਼ਾ ਹੀ ਕਰਦੇ ਨੇ, ਔਰ ਇਹ ਸਾਡੇ ਧਰਮ 'ਚ ਨਹੀਂ, ਸਾਰੇ ਧਰਮਾਂ 'ਚ ਹੀ। ਤੁਸੀਂ ਇਹ 15 ਕੁ ਸਾਲ ਹੈਗੇ ਬੜੇ ਔਖੇ ਕੱਢੇ ਨੇ, ਤੁਹਾਡੇ ਨਾਲ ਲੋਕ ਜੁੜੇ ਹੋਏ ਨੇ, ਇਹ ਨਹੀਂ ਕਿ ਸੁਪਨੇ ਪਾਠਕ ਨਹੀਂ ਹਨ। ਪਰ ਕਦੀ ਕੋਈ ਗੱਲ ਕਰੇ ਤਾਂ ਅਜੇ ਵੀ ਕਹਿ ਦਿੰਦੇ ਹੈ ਜੋਗਿੰਦਰ ਸਿੰਘ ਧਨਖਾਈ ਹੈ, ਕੁਝ ਬਹੁਤ ਆਗੂ ਨੇ ਜੋ ਤੁਹਾਡੇ ਨਾਲ ਅੱਜ ਵੀ ਖੜੇ ਹੋ ਕੇ ਤਿਆਰ ਨਹੀਂ ਹੈਗੇ। ਇਹਨਾਂ ਹਾਲਾਤਾਂ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਜੋ ਤੁਸੀਂ ਚਾਹੁੰਦੇ ਹੋ ਕਿ ਵਿਚਾਰ ਵਟਾਂਦਰਾ ਹੋਵੇ, ਜੋ ਗਲਤ ਰਵਾਇਤਾਂ ਆ ਗਈਆਂ ਹੈ ਉਹਨਾਂ ਨੂੰ ਬਦਲਿਆ ਜਾਏ, ਅਸੀਂ ਗੁਰੂ ਦੇ ਹੁਕਮ ਮੁਤਾਬਿਕ ਚੱਲੀਏ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਹਾਲਾਤਾਂ ਵਿੱਚ ਜਿਸ ਤਰ੍ਹਾਂ ਅੱਜ ਦੀ ਸੰਗਤ ਦੀ ਸੋਚ ਹੈ, ਉਹੋ ਜਿਹੀ ਕਦੀ ਕ੍ਰਾਂਤੀ ਆ ਵੀ ਸਕਦੀ ਹੈ? ਜ਼ਰੂਰ ਆਏਗੀ। ਪ੍ਰੋਫੈਸਰ ਦਲਜੀਤ ਸਿੰਘ ਦੇ, ਪ੍ਰੋਫੈਸਰ ਗੁਰਮਤਿ ਸਿੰਘ ਦੇ ਮੌਤ ਤੋਂ ਬਾਅਦ ਆਈ ਹੈ। ਉਹਨਾਂ ਨੂੰ ਤੇ ਉਹਨਾਂ ਦੇ ਜਿਉਂਦਿਆਂ ਤੇ ਕਿਸੇ ਸਿੱਖ ਨੇ ਉਹਨਾਂ ਨੂੰ ਪੁੱਛਿਆ ਨਹੀਂ ਸੀਗਾ, ਉਹਨਾਂ ਤੋਂ ਬਾਅਦ ਹੀ ਆਈ ਹੈ। ਆਂਦੀ ਇਹਦੀ ਚਿੰਤਾ ਨਹੀਂ ਕਰਦੀ ਕਦੋਂ ਆਏਗੀ, ਆਏਗੀ। ਤੁਹਾਡੀ ਆਤਮਾ ਕਹਿੰਦੀ ਆਏਗੀ, ਤਾਂ ਤੁਸੀਂ ਲੜਦੇ ਰਹੋ। ਤੁਸੀਂ ਪਰਮਾਤਮਾ ਨਾਲ ਕਿਉਂ ਸਿੱਧੀ ਗੱਲ ਕਰਦੇ? ਪਰਮਾਤਮਾ ਕਹਿੰਦਾ ਤੁਹਾਨੂੰ ਕਿ ਆਏਗੀ, ਤੁਸੀਂ ਲੜੋ। ਜਿੰਨੇ ਵੀ ਕ੍ਰਾਂਤੀਕਾਰੀ ਹੁੰਦੇ ਨੇ, ਚਾਹੇ ਉਹ ਕਮਿਊਨਿਸਟ ਹੋਣ, ਚਾਹੇ ਉਹ ਦੂਜੇ ਕੋਈ ਧਾਰਮਿਕ ਹੋਣ, ਚਾਹੇ ਉਹ ਹੋਰ ਤਰ੍ਹਾਂ ਦੇ ਨੈਸ਼ਨਲਿਸਟ ਹੋਣ, ਦੇਸ਼ ਕੌਮ ਪ੍ਰਸਤ ਹੋਣ, ਸਭ ਦੀ ਆਤਮਾ ਪਰਮਾਤਮਾ ਨੂੰ ਪੁੱਛਦੀ ਜ਼ਰੂਰ ਹੈ, ਮੈਂ ਜੋ ਕਰ ਰਿਹਾ ਇਹ ਹੋ ਵੀ ਸਕੇਗਾ ਕਿ ਨਹੀਂ ਹੋ ਸਕੇਗਾ, ਫੇਲ ਤਾਂ ਨਹੀਂ ਹੋ ਜਾਏਗਾ। ਅਸੀਂ ਕਈ ਵਾਰੀ ਪੁੱਛਦੇ ਸੀ ਭਾਈ ਸਪੋਕਸਮੈਨ ਚੱਲ ਨਹੀਂ ਸਕਣਾ, ਵੈਸੇ ਜਿੰਨਾ ਜ਼ੋਰ ਇਹ ਪਾ ਰਹੇ ਨੇ, ਜਿੰਨਾ ਜ਼ੁਲਮ ਕਰ ਰਹੇ ਨੇ, ਉਹਦੇ ਹਿਸਾਬ ਨਾਲ ਚੱਲਣਾ ਨਹੀਂ, ਸਾਡੇ ਕੋਲ ਬਹੁਤੀ ਦੇਰ ਨਹੀਂ ਚੱਲ ਸਕੇਗਾ। ਔਰ ਅਸੀਂ ਸੋਚ ਕੇ ਨਿਕਲੇ ਸੀ ਕਿ ਉਹ ਚਲੋ ਸਾਲ 2 ਸਾਲ ਜਿੰਨਾ ਵੀ ਨਿਕਲੇਗਾ ਉਹ ਆਪਣੀ ਆਵਾਜ਼ 'ਤੇ ਗੱਲ ਪੂਰੀ ਲੋਕਾਂ ਤੱਕ ਪਹੁੰਚਾ ਦਈਏ। ਪਰ ਸਾਨੂੰ ਵੀ ਪਤਾ ਨਹੀਂ ਸੀ 15 ਸਾਲ ਤੱਕ ਅਸੀਂ ਚੱਲਦੇ ਰਹਾਂਗੇ। ਅਤੇ ਪਰ ਅਸੀਂ ਪਰਮਾਤਮਾ ਨੂੰ ਪੁੱਛਿਆ ਸੀ, ਪਰਮਾਤਮਾ ਨੇ ਸਾਡਾ ਇੱਕੋ ਅੰਦਰ ਸਾਡੀ ਆਤਮਾ ਨੇ ਪੁੱਛਿਆ ਕਿ ਬਈ ਕਰ ਲੱਗੇ ਆ, ਗਲਤ ਨਹੀਂ ਕਰ ਰਹੇ, ਉਹ ਕਹਿੰਦੇ ਕਿ ਠੀਕ ਕਰ ਰਹੇ ਆ, ਫਿਰ ਕਾਮਯਾਬੀ ਮਿਲੇਗੀ। ਉਹਨੇ ਕਿਹਾ ਫਿਕਰ ਕਿਉਂ ਕਰਦਾ, ਤੂੰ ਆਪਣਾ ਕੰਮ ਡਿਊਟੀ ਪੂਰੀ ਕਰ, ਮੇਰਾ ਕੰਮ ਹੈ ਬਾਕੀ। ਤਾਂ ਅਸੀਂ ਉਹ ਡਿਊਟੀ ਪੂਰੀ ਕਰਦੇ ਰਹੇ ਹਾਂ, ਹੁਣ ਵੀ ਕਰਦੇ ਰਹੇ ਹਾਂ। ਹੁਣ ਉੱਚਾਧਾਰ ਬਾਬੇ ਨਾਨਕ ਦਾ ਬਣਾਇਆ, ਸਾਨੂੰ ਕੋਈ ਖਿਆਲ ਵੀ ਨਹੀਂ ਸੀ ਕਿ ਅਸੀਂ ਬਣਾ ਲਵਾਂਗੇ। ਆਫਟਰ 100 ਕਰੋੜ ਦੀ ਚੀਜ਼ ਜਿਸ ਦੇ ਉੱਤੇ ਇੰਨੇ ਜ਼ੁਲਮ ਹੋ ਰਹੇ ਹਨ, ਜਿਹਨੂੰ ਹਰ ਪਾਸੇ ਉਹਦਾ ਪੈਸਾ ਰੁਕਿਆ ਜਾਵੇ, ਉਹ ਸੋਚ ਵੀ ਨਹੀਂ ਸਕਦਾ। ਇਹ ਬਾਅਦ ਵਿੱਚ ਅਸੀਂ ਮਰ ਜਾਵਾਂਗੇ, ਬਾਅਦ 'ਚ ਵੀ ਰਿਸਰਚ ਕਰਨਗੇ ਲੋਕ ਕਿ ਇਹ ਚਮਤਕਾਰ ਹੋਇਆ ਕਿਵੇਂ, ਪਰਮਾਤਮਾ ਨੇ ਕੀਤਾ ਹੈ। ਅਸੀਂ ਤਾਂ ਸਿਰਫ ਆਪਣੀ ਡਿਊਟੀ ਨਿਭਾਈ ਹੈ। ਉਹਦੇ ਕੋਲ ਪੁੱਛਿਆ ਵੀ ਇਹ ਕਰਨ ਲੱਗੇ ਆ, ਹੋ ਜਾਏਗਾ ਕਿ ਨਹੀਂ। ਉਹਨੇ ਕਿਹਾ ਤੂੰ ਆਪਣਾ ਕੰਮ ਕਰ, ਤੈਨੂੰ ਕੀ ਮਤਲਬ ਹੋਏਗਾ ਕਿ ਨਹੀਂ ਹੋਏਗਾ, ਇਹ ਮੇਰਾ ਕੰਮ ਹੈ। ਸੋ ਭਾਵੇਂ ਬਹੁਤ ਘੱਟ ਲੋਕ ਸੱਚੇ ਅੱਗੇ ਆ ਰਹੇ ਨੇ, ਇਸ ਗੁਰੂ ਨਾਲ ਜੁੜ ਰਹੇ ਨੇ, ਤੁਸੀਂ ਕਹਿੰਦੇ ਹੋ ਲੱਗੇ ਰਹੋ, ਕਦੀ ਨਾ ਕਦੀ। ਬਾਬਾ ਨਾਨਕ ਇਕੱਲਾ ਹੀ ਸੀ, ਬਾਬਾ ਨਾਨਕ ਨਾਲ ਤਾਂ ਸਿੱਖ ਕੋਈ ਨਹੀਂ ਸੀ ਜਾਂਦਾ। ਬਾਬਾ ਨਾਨਕ ਮੁਸਲਮਾਨ ਵਿਚਾਰਨ ਨਾਲ। ਪਰ ਇੱਕ ਪਾਸੇ ਇੰਨੀ ਵੱਡੀ ਤਾਕਤ ਹੈ, ਇੰਨਾ ਵੱਡਾ ਪੈਸਾ ਹੈ, ਇੱਕ ਸਿਆਸਤ ਹੈ, ਕਿੰਨਾ ਕੁਛ ਹੈਗਾ, ਔਰ ਇੱਕ ਪਾਸੇ ਮੁੱਠੀ ਪਰ ਇਹੋ ਜਿਹੇ ਲੋਕ ਨੇ ਜੋ ਉਹ ਵੀ ਵੱਖ-ਵੱਖ ਹੋ ਕੇ, ਕੋਈ ਤੁਹਾਡੇ ਨਾਲ ਆ ਕੇ ਅੱਜ ਫਿਰ ਵੀ ਨਹੀਂ ਖੜਾ ਹੁੰਦਾ ਕਿ ਆਹ ਸਿੱਖਾਂ ਦੀ ਆਵਾਜ਼ ਹੈ। ਕਿੰਨੇ ਅਹਿਮ ਮੁੱਦੇ ਹੈ ਜਿੱਥੇ ਜੇ ਸਪੋਕਸਮੈਨ ਅਖਬਾਰ ਨਾ ਬੋਲੇ ਤਾਂ ਕੋਈ ਨਹੀਂ ਬੋਲਦਾ। ਇੰਨੀ ਗੱਲ ਇਹ ਲੋਕ ਵੀ ਨਹੀਂ ਐਕਸੈਪਟ ਕਰਦੇ ਜਿਨ੍ਹਾਂ ਦੀ ਅਸੀਂ ਹਮਾਇਤ ਕਰਦੇ। ਮੈਂ ਉਹੀ ਕਹਿ ਰਹੀ ਹਾਂ, ਇਹ ਜਿਹੜੇ ਮੁੱਠੀਪੁਰ ਜਿਹੜੇ ਤੁਸੀਂ ਕ੍ਰਾਂਤੀਕਾਰੀ ਕਹਿੰਦੇ, ਉਹ ਵੀ ਨਾਲ ਆ ਕੇ ਇਹ ਵੀ ਨਹੀਂ ਖੜੇ ਹੁੰਦੇ। ਇਹ ਵੀ ਆਪਣੇ ਆਪ ਨੂੰ ਵੱਡੇ ਬਹੁਤ ਸਮਝਣ ਲੱਗ ਪੈਂਦੇ ਨੇ ਜਦੋਂ ਥੋੜ੍ਹੀ ਪਬਲਿਸਿਟੀ ਮਿਲਣ ਲੱਗ ਜਾਏ। ਇਹਨਾਂ ਹਾਲਾਤ ਵਿੱਚ ਰੱਬ ਸਾਡੇ ਨਾਲ, ਇਸ ਕਰਕੇ ਸਾਨੂੰ ਪਤਾ ਵੀ ਉਹੀ ਗੱਲ ਹੋਣੀ ਹੈ ਜੋ ਰੱਬ ਨੇ ਸਾਨੂੰ ਕਿਹਾ ਵਾ। ਇਹਨਾਂ ਦੀ ਅਸੀਂ ਪਰਵਾਹ ਨਹੀਂ ਕਰਦੇ। ਸਾਨੂੰ ਕੋਈ ਕਿਸੇ ਪਾਸੋਂ ਇੱਕ ਵੀ ਬੰਦਾ, ਜਿਹੜੇ ਸਾਡੇ ਕੋਲ ਸ਼ੁਰੂ ਵਿੱਚ ਮਿਲਣ ਆਉਂਦੇ ਵੀ ਸੀ, ਰਾਤ ਨੂੰ ਹਨੇਰਾ ਪਏ ਤੋਂ ਬਾਅਦ ਆਉਂਦੇ ਸੀ ਅਤੇ ਕਹਿੰਦੇ ਸੀ ਦੇਖੋ ਸਾਡੀ ਖਬਰ ਫੋਟੋ ਨਾ ਚਿੱਤਰ ਛਪ ਜਾਏ ਅਖਬਾਰ ਦੇ ਵਿੱਚ ਸਾਡਾ ਨਾ। ਉਹ ਇੱਥੇ ਕਈ ਪਾਰਟੀਆਂ ਮੀਟਿੰਗਾਂ ਹੋਈਆਂ ਸਾਡੇ ਘਰਾਂ ਵਿੱਚ, ਉਹਨੂੰ ਦਿਨਾਂ ਵਿੱਚ ਉਹ ਬੰਦੇ ਆਉਂਦੇ ਸੀ ਜਿਨ੍ਹਾਂ ਬਾਰੇ ਸੋਚ ਹੀ ਨਹੀਂ ਸਕਦੇ ਸੀ। ਉਹ ਕਹਿੰਦੇ ਸੀ ਜੋ ਕਰ ਰਹੇ ਹੋ ਬੜਾ ਠੀਕ ਕਰ ਰਹੇ ਹੋ, ਲੇਕਿਨ ਸਾਡਾ ਨਾਂ ਨਾ ਕਿਤੇ ਆ ਜਾਵੇ ਦੇਖਣਾ। ਸੋ ਲੋਕ ਅੰਦਰੋਂ ਤਾਂ ਹੁੰਦੇ ਨੇ ਨਾਲ, ਵਿੱਚ ਬਾਹਰੋਂ ਨਹੀਂ ਆਉਂਦੇ। ਲੇਕਿਨ ਸਾਡੇ ਤਾਂ ਪਾਠਕਾਂ ਨੇ ਕਮਾਲ ਕਰਤੀ। ਤੁਹਾਡੇ ਕੋਲ ਇੱਕ ਅਖਬਾਰ ਨਾਲ ਇੰਨਾ ਜ਼ੁਲਮ ਹੋ ਰਿਹਾ ਹੋਵੇ, ਸਾਰੇ ਪਾਸੇ ਰੋਕਾ ਲੱਗਿਆ ਹੋਵੇ, ਅਤੇ ਉਹ 1.5 ਲੱਖ ਤੱਕ ਅਖਬਾਰ ਸਾਡੀ ਛਪੀ ਹੈ, ਵਿਕੀ ਹੈ। ਤਾਂ ਇਹ ਕੋਈ ਚਮਤਕਾਰ ਹੀ ਹੈ। ਫਿਰ ਪਰਮਾਤਮਾ ਦੀ ਗੱਲ ਸੁਣੀ ਤਾਂ ਠੀਕ ਹੀ ਸੁਣੀ ਅਸੀਂ, ਗਲਤ ਨਹੀਂ ਸੁਣੀ ਸੀ। ਇਸ ਤਰ੍ਹਾਂ ਹੀ ਬਾਕੀ ਜਿੰਨੇ ਵੀ ਕ੍ਰਾਂਤੀਕਾਰੀ ਹੁੰਦੇ ਨੇ, ਔਰ ਇਹ ਨਹੀਂ ਸੁਣਦੇ,
ਇਹ ਨਹੀਂ ਸੁਣਦੇ ਜਿਹੜੇ ਜ਼ੁਲਮ ਕਰ ਰਹੇ ਹੁੰਦੇ ਨੇ ਧਰਮ ਦੇ ਨਾਂ 'ਤੇ, ਇਹ ਨਹੀਂ ਕਰਦੇ। ਆਪਣਾ ਕਰੈਕਟਰ ਦੇਖੋ ਤੁਹਾਡਾ ਕਿੰਨਾ। ਮੈਂ ਤਾਂ ਕਹਿੰਦਾ ਬਣਾਓ 5 ਮੈਂਬਰੀ ਕਮੇਟੀ ਇੱਕ, ਜਿਹੜੀ 5 ਬਿਲਕੁਲ ਨਿਰਪੱਖ ਸਿੱਖ ਹੋਣ, ਚੰਗੇ ਗਿਆਨੀ ਹੋਣ, ਚੰਗੇ ਵਿਦਵਾਨ ਹੋਣ। ਉਹਨਾਂ ਨੂੰ ਕਹੋ ਜਿੰਨੀਆਂ ਕਥਾਵਾਂ ਹੁੰਦੀਆਂ, ਰੋਜ਼ ਕਥਾ ਹੁੰਦੀਆਂ ਨੇ, ਮਹੀਨੇ ਦੀਆਂ ਕਥਾ ਚੁੱਕ ਲਓ। ਉਹਨਾਂ 'ਚ ਗੁਰਮਤਿ ਕਿੱਥੇ ਹੈ? ਗੁਰਮਤਿ 'ਤੇ ਜਿੰਨੀ ਉਲੰਘਣਾ ਦਰਬਾਰ ਸਾਹਿਬ ਵਿੱਚ ਹੋ ਰਹੀ ਹੈ, ਇੰਨੀ ਬਾਹਰ ਕਿਧਰੇ ਹੋ ਹੀ ਨਹੀਂ ਰਹੀ। ਦਰਬਾਰ ਸਾਹਿਬ ਦੇ ਵਿੱਚ ਜਿੰਨੀ ਕਥਾ ਰੋਜ਼ ਕਰਦੇ ਨੇ, ਉਸ ਕਥਾ ਨੂੰ ਹੀ ਲੈ ਕੇ ਤੁਸੀਂ ਦੇਖ ਲਓ। ਉਹਦੇ ਵਿੱਚ ਬਾਬਾਵਾਦ ਹੈ, ਉਹਦੇ ਵਿੱਚ ਟਕਸਾਲਵਾਦ ਹੈ, ਉਹਦੇ ਵਿੱਚ ਬ੍ਰਾਹਮਣਵਾਦ ਹੈ, ਉਹਦੇ ਵਿੱਚ ਮਾਈਥਾਲੋਜੀ ਹੈ, ਉਹਦੇ ਵਿੱਚ ਗੁਰਮਤਿ 2% ਵੀ ਨਹੀਂ ਹੁੰਦੀ। ਅਤੇ ਇਹ ਦੂਜੇ ਨੂੰ ਕਿਵੇਂ ਚੈੱਕ ਕਰ ਲੈਣਗੇ? ਅਸੀਂ ਤਾਂ ਕਹਿੰਦੇ ਤੁਹਾਨੂੰ ਚੈੱਕ ਕਰਨ ਦੀ ਲੋੜ ਹੈ। ਕੋਈ ਐਸੀ ਤਾਕਤ ਬਣੇ ਜਿਹੜੀ ਤੁਹਾਨੂੰ ਚੈੱਕ ਕਰੇ ਕਿ ਦਰਬਾਰ ਸਾਹਿਬ 'ਚ ਗੁਰਮਤਿ ਦੇ ਉਲਟ ਨਹੀਂ ਹੋਣਾ ਚਾਹੀਦਾ ਕੁਝ ਵੀ। 100% ਗੁਰਮਤਿ ਦੇ ਉਲਟ ਹੋ ਰਿਹਾ ਵੈ। ਹਰ ਪੰਜਾਬ ਦੇ ਹਰ ਕੋਨੇ ਵਿੱਚ ਹੋ ਰਿਹਾ। ਮੈਂ ਤਾਂ ਜਿੱਥੋਂ ਇਹ ਕੰਮ ਕਰ ਰਿਹਾ ਉਹਨਾਂ ਦੀ ਗੱਲ ਕਰ ਰਿਹਾ ਨਾ। ਬਾਕੀ ਤੇ ਇਹਨਾਂ ਨੂੰ ਫਾਲੋ ਕਰਨਾ ਜੋ ਇਹਨਾਂ ਨੇ ਕਰਨਾ। ਸੋ ਬੇਸਿਕਲੀ ਜਿਹੜਾ ਉੱਥੇ ਜਾ ਕੇ ਮੱਥਾ ਟੇਕ ਲੈ, ਇਹਨਾਂ ਦੀ ਗੱਲ ਮੰਨ ਲੈ, ਉਹਨੂੰ ਕੁਝ ਵੀ ਅਲਾਉਡ ਹੈਗਾ। ਹਾਂ, ਉੱਥੇ ਬਸ ਤੁਸੀਂ ਮੱਥਾ ਇਹਨਾਂ ਨੂੰ ਟੇਕੋ, ਇਹਨਾਂ ਨੂੰ ਪੈਸੇ ਦੇ ਆਉਂਦੇ ਨੇ। ਇਹਨਾਂ ਦਾ ਢੱਡਿਆਂ ਵਾਲਾ ਕਹਿੰਦਾ, ਮੈਂ ਪਤਾ ਨਹੀਂ ਸੱਚ ਹੈ ਝੂਠ ਹੈ, ਕਿ ਇੱਕ ਜਥੇਦਾਰ ਦੇ ਘਰ 35 ਲੱਖ ਰੁਪਏ ਹਰ ਮਹੀਨੇ ਜਾਂਦਾ ਥਾਂ ਤੋਂ ਗੁਰਦੁਆਰਿਆਂ ਤੋਂ ਇੱਧਰੋਂ ਉੱਧਰੋਂ ਜਾ ਕੇ। ਤੋ ਇਹ ਤਾਂ ਨਹੀਂ ਚੱਲਣਾ ਹੀ ਚਾਹੁੰਦੇ ਨੇ ਕਿ ਚੁੱਪ ਰਹੋ ਬਸ, ਧਰਮ ਦੇ ਨਾਂ 'ਤੇ ਚੁੱਪ ਰਹੋ ਬਸ। ਉਹ ਬਾਬੇ ਨਾਨਕ ਨੂੰ ਵੀ ਕਹਿੰਦੇ ਸੀ ਚੁੱਪ ਰਹੋ, ਧਰਮ ਦੇ ਨਾਂ ਜੋ ਹੈ ਚੱਲ ਰਿਹਾ ਠੀਕ ਹੈ। ਉਹ ਕਹਿੰਦਾ ਮੈਂ ਕਿਵੇਂ ਚੁੱਪ ਰਹਾਂ? ਮੈਂ ਤਾਂ ਜੋ ਦੇਖ ਰਿਹਾ ਉਹਦੇ ਬਾਰੇ ਬੋਲਾਂਗਾ ਹੀ ਬੋਲਾਂਗਾ। ਰਾਜੇ ਸ਼ੀ ਮੁਕੱਦਮ ਕੁੱਤੇ, ਉਹਨੇ ਇਹਨਾਂ ਨੂੰ ਵੀ ਮਾੜਾ ਕਿਹਾ। ਜਿਹੜੇ ਹਾਕਮ ਨੇ ਉਹਨਾਂ ਨੂੰ ਵੀ ਮਾਕਮ ਕਿਹਾ, ਜਿਹੜੇ ਜੱਜ ਨੇ ਉਹਨਾਂ ਨੂੰ ਵੀ ਮਾੜਾ ਕਿਹਾ, ਕੁੱਤੇ ਕਿਹਾ ਤੱਕ ਕਿਹਾ। ਇਹਨਾਂ ਨੂੰ ਤੇ ਜਿਹੜੇ ਪੁਜਾਰੀ ਇਹਨਾਂ ਨੂੰ ਤਾਂ ਬਹੁਤ ਕੁਝ ਕਿਹਾ। ਕ੍ਰਾਈਸਟ ਨੇ ਵੀ ਇਹੀ ਕੀਤਾ। ਕ੍ਰਾਈਸਟ ਦੀ ਮੌਤ ਵੀ ਬੜੀ ਭੈੜੇ ਹਾਲਾਤ ਵਿੱਚ ਹੋਈ ਸੀ। ਜਦ ਕ੍ਰਾਈਸਟ ਨੂੰ ਲਿਜਾ ਰਹੇ ਸੀ ਆਖਰੀ ਵੇਲੇ ਪਹਾੜੀ 'ਤੇ ਲਾ ਕੇ ਕਰੂਸੀਫਾਈ ਕਰਨ ਵਾਸਤੇ, ਤਾਂ ਉਹਨੂੰ ਹਰ ਬੰਦਾ ਉਹਦੇ ਉੱਤੇ ਥੁੱਕ ਰਿਹਾ ਸੀ ਔਰ ਉਹਦੇ ਉੱਤੇ ਥੱਪੜ ਮਾਰ ਰਿਹਾ ਸੀ ਕਿ ਇੰਨੀ ਮਾੜੀ ਮੌਤ ਤੇ ਕਿਸੇ ਇਹਨਾਂ ਨੇ ਕਰਵਾਈ ਸੀ, ਤਾਂ ਇਹਨਾਂ ਪੁਜਾਰੀਆਂ ਨਹੀਂ ਕਰਵਾਈ ਸੀ। ਯਹੂਦੀ ਪੁਜਾਰੀ ਸੀ ਲੇਕਿਨ ਪੁਜਾਰੀ ਸਨ। ਅਤੇ ਇਹਨਾਂ ਲੋਕਾਂ ਨੇ ਤਾਂ ਹਮੇਸ਼ਾ ਹੀ ਜਿਹੜਾ ਸੱਚ ਬੋਲਦਾ ਉਹਨੂੰ ਤੰਗ ਕੀਤਾ ਹੀ ਹੈ। ਪਰ ਰੱਬ ਵੀ ਦੇਖਦਾ ਕਿ ਬਈ ਮੈਂ ਜਿਹਨੂੰ ਤੰਗ ਕਰ ਰਿਹਾ ਇਹਨੂੰ ਇਹ ਪਾਸ ਹੁੰਦਾ ਕਿ ਨਹੀਂ ਪਾਸ ਹੁੰਦਾ ਆਪਣੇ। ਸੋ ਇਸ ਕਰਕੇ ਡਟਿਆ ਰਹਿੰਦਾ। ਨਾ ਇਹਨਾਂ ਹਟਣਾ ਆਪਣੀ ਗੱਲ ਤੋਂ, ਨਾ ਅਸੀਂ ਹਟਣਾ। ਮੇਰੇ ਵਰਗਿਆਂ ਨੇ ਜਿਹੜੇ ਅੱਗੇ ਪਿੱਛੇ ਹੋਏ ਨੇ ਉਹ ਵੀ ਆਪਣੀ ਚੱਲਦਾ ਜਾਰੀ ਰੱਖਣ, ਲੇਕਿਨ ਉਹਨਾਂ ਦਾ ਬਹੁਤ ਦੇਰ ਚੱਲਣਾ ਨਹੀਂ। ਜਿਹੜੀ ਵੀ ਸੰਸਥਾ ਬਹੁਤੀ ਦੇਰ ਤੱਕ ਝੂਠ ਬੋਲਦੀ ਰਹੇ, ਗਲਤ ਕੰਮ ਕਰਦੀ ਰਹੇ ਔਰ ਮਾफ़ੀ ਨਾ ਮੰਗੇ, ਉਹ ਸੰਸਥਾ ਹੀ ਮਰ ਜਾਂਦੀ ਹੈ। ਸਾਡੇ ਕੋਲ ਮਾਫ਼ੀ ਮੰਗਵਾਉਂਦੇ ਨੇ। ਮੈਨੂੰ ਜਥੇਦਾਰ ਨੇ ਆਪ ਫੋਨ ਕੀਤਾ, ਨਹੀਂ ਤੁਸੀਂ, ਮੈਂ ਬਤੌਰ ਜਥੇਦਾਰ ਕਹਿੰਦਾ ਕਿ ਤੁਸੀਂ ਕੋਈ ਗਲਤ ਨਹੀਂ ਸੀ ਕੀਤਾ। ਫਿਰ ਬਈ ਤੁਸੀਂ ਕਿਉਂ ਨਹੀਂ ਮਾਫ਼ੀ ਮੰਗਦੇ ਆਪਣੀ? ਤੁਸੀਂ ਫਿਰ ਮੈਨੂੰ ਕਿਉਂ ਕਹਿੰਦੇ ਹੋ ਇੱਕ ਮਿੰਟ ਪਾ ਜਾਓ ਮਾਫ਼ੀ ਮੰਗ ਲਓ? ਤੁਸੀਂ ਆਪ ਮਾਫ਼ੀ ਮੰਗੋ ਵੀ ਸਾਡੇ ਕੋਲ ਗਲਤੀ ਹੋ ਗਈ ਹੈ। ਆਪਣੀ ਗਲਤੀ ਨਹੀਂ ਮੰਨਦੇ। ਇਹੀ ਪ੍ਰੋਬਲਮ ਹੈ ਇਹਨਾਂ ਦੀ, ਕਿਉਂਕਿ ਸਮਝਦੇ ਨਹੀਂ ਕਿ ਅਸੀਂ ਤਾਂ ਰੱਬ ਵਰਗੇ ਹਾਂ। ਅਸੀਂ ਗਲਤੀ ਕਰ ਵੀ ਦਈਏ ਤਾਂ ਵੀ ਕਿਉਂ ਮੰਨਿਆ ਜਾਵੇ? ਇਹੀ ਬਾਬੇ ਨਾਨਕ ਨੇ ਕਿਹਾ ਸੀ, ਹਾਕਮੋ, ਪੁਜਾਰੀਓ, ਇਨਸਾਫ ਦੇ ਨਾਂ 'ਤੇ ਬੈਠਣ ਵਾਲਿਓ, ਤੁਸੀਂ ਸਾਰਾ ਗਲਤ ਕੰਮ ਕਰ ਰਿਹਾ ਹੈ। ਮੰਗੋ ਮਾफ़ੀ ਇਸ ਪਬਲਿਕ ਕੋਲੋਂ, ਜਨਤਾ ਕੋਲੋਂ ਮਾफ़ੀ ਮੰਗੋ। ਮੈਂ ਮਾफ़ੀ ਮੰਗਵਾਉਣ ਆਇਆ। ਇਹਨਾਂ ਕੋਲ ਜਨਤਾ ਕੋਲ ਮਾਫ਼ੀ ਮੰਗਵਾਉਂਦੇ ਹੋ, ਆਪ ਮਾਫ਼ੀ ਮੰਗੋ। ਤੁਹਾਡੇ ਵਿੱਚ ਬੜੀ ਪੇਸ਼ੈਂਸ ਹੈਗੀ ਹੈ। ਅਸੀਂ ਸ਼ਾਇਦ ਉਹ ਜਨਰੇਸ਼ਨ ਆ ਜਿਹੜੀ ਫਾਸਟ ਰਿਜ਼ਲਟ ਮੰਗਦੀ ਹੈ ਅਤੇ ਵੇਟ ਕਰਦੇ ਹਾਂ ਰੱਬ ਕਦ, ਬਿਕੋਜ਼ ਕਈ ਵਾਰੀ ਬਾਹਰ ਜਾ ਕੇ ਵੇਖੀਦਾ ਹੈ ਜਦ ਕਾਲੇ ਜਾਦੂ ਦੇ ਅੱਜ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਲੋਕ ਜਾਂਦੇ ਹੋਣ ਗੁਰਦੁਆਰਿਆਂ ਤੋਂ ਵੀ ਸ਼ਾਇਦ ਜ਼ਿਆਦਾ ਉੱਥੇ ਜਾਂਦੇ ਨੇ, ਅਤੇ ਫਿਰ ਬੜਾ ਅਫਸੋਸ ਹੁੰਦਾ ਹੈਗਾ। ਕੁੜੀਆਂ ਨੂੰ ਸਭ ਤੋਂ ਜ਼ਿਆਦਾ ਇੱਥੇ ਮਾਰਿਆ ਜਾਂਦਾ ਹੈਗਾ। ਹਰ ਚੀਜ਼ ਜੋ ਬਾਬਾ ਨਾਨਕ ਨੇ ਕਹੀ ਸੀ, ਜਾਤ ਪਾਤ ਹਰ ਚੀਜ਼ ਉਹੀ ਹੁੰਦੀ ਹੈ। ਸੋ ਤੁਹਾਡੇ ਵਿੱਚ ਉਹ ਪੇਸ਼ੈਂਸ ਹੈਗੀ ਹੈ। ਸੋ ਉਮੀਦ ਕਰਦੇ ਹਾਂ ਤੁਹਾਡੀ ਪੇਸ਼ੈਂਸ ਸਾਡੀ ਅੱਜ ਦੀ ਜਨਰੇਸ਼ਨ ਦੀ ਝਟਪਟ ਨਾਲ ਆਏ। ਉਹਦੀ ਮਰਜ਼ੀ ਹੈ, ਉਹਨੇ ਕਿੰਨੇ ਦੇਰ ਕਿਹੜਾ ਯੁੱਗ ਰੱਖਣਾ, ਕਿਹੜਾ ਲਿਆਉਣਾ, ਉਹਦੀ ਮਰਜ਼ੀ ਹੈ। ਅਸੀਂ ਆਪਣੀ ਡਿਊਟੀ ਦੇਣੀ ਹੈ। ਅਸੀਂ ਉਹਦੇ ਅੱਗੇ ਪੇਸ਼ ਹੋ ਕੇ ਆਉਣਾ, ਲੈ ਅਸੀਂ ਜੋ ਤੂੰ ਕਿਹਾ ਸੀ ਕੀਤਾ ਕਿ ਨਹੀਂ ਕੀਤਾ ਦੇਖ ਲੈ। ਉੱਥੋਂ ਫੇਲ ਹੋਏ ਹਾਂ, ਤੂੰ ਪਾਸ ਕਰਨਾ ਕਿ ਨਹੀਂ ਕਰਨਾ। ਉੱਥੇ ਤਾਂ ਸੋਚਦੇ ਇਹਨਾਂ ਬਾਰੇ ਨਹੀਂ ਸੋਚਦੇ। ਸਾਡੇ ਜੁੜਨ ਲਈ ਬਹੁਤ ਬਹੁਤ ਧੰਨਵਾਦ, ਅਤੇ ਉਮੀਦ ਕਰਦੇ ਹਾਂ ਤੁਸੀਂ ਇੱਦਾਂ ਹੋਰ ਥੋੜ੍ਹਾ ਜਿਹਾ ਸਪੋਕਸਮੈਨ TV ਨਾਲ ਆਉਂਦੇ ਰਹੋਗੇ, ਅਤੇ ਜੋ ਇਤਿਹਾਸ ਦੀ ਸਮਝ ਜਿਵੇਂ ਵਾਹਿਗੁਰੂ ਚਾਹੇਗਾ ਉਸ ਤਰ੍ਹਾਂ। ਆਈ ਥਿੰਕ ਵਾਹਿਗੁਰੂ ਚਾਹੁੰਦਾ ਹੈ ਹੁਣ।